ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਤੇ ਭਗਤੀ ਦਾ ਮਾਰਗ ਹੈ। ਭਾਵਨਾ ਗਿਆਨ ਜੁੜਨ ਲਈ ਭਾਵਨਾ ਚਾਹੀਦੀ ਹੈ, ਸਮਝਣ ਲਈ ਗਿਆਨ ਚਾਹੀਦਾ ਹੈ। ਧਰਮ ਦੀ ਸਾਧਨਾ ਵੀ ਇਸੇ ਤੇ ਖੜੀ ਹੈ। ਜਿਸ ਨਾਲ ਜੁੜਨਾ ਹੈ ਉਸ ਨੂੰ ਸਮਝਣਾ ਹੈ ਤੇ ਜਿਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਉਸ ਨਾਲ ਜੁੜਨਾ ਹੈ। ਔਰ ਅਕਸਰ ਐਸਾ ਦੇਖਿਆ ਗਿਆ ਹੈ ਇਹ ਦੋ ਮਾਰਗ ਕਰੀਬਨ ਹਿੰਦੁਸਤਾਨ ਵਿੱਚ ਭਾਰਤ ਵਿੱਚ ਅਲੱਗ ਹੀ ਹੋ ਗਏ। ਇੱਕ ਨੂੰ ਕਹਿ ਦਿੱਤਾ ਗਿਆ ਗਿਆਨ ਮਾਰਗ, ਇੱਕ ਨੂੰ ਕਹਿ ਦਿੱਤਾ ਗਿਆ ਭਗਤੀ ਮਾਰਗ। ਹੋਏ ਐਸੇ ਕੁਝ ਭਗਤ, ਉਹਨਾਂ ਦੀ ਰੁਚੀ ਨਹੀਂ ਸੀ ਜਾਣਨ ਦੀ, ਨਹੀਂ ਜਾਣਨਾ। ਸ਼ਾਇਦ ਥੋੜੀ ਗੱਲ ਸਮਝ ਦੇ ਚ ਵੀ ਆ ਗਈ ਹੋਣੀ ਹੈ। ਜ਼ਿੰਦਗੀ ਛੋਟੀ ਹੈ ਤੇ ਜਾਣਨ ਨੂੰ ਤੇ ਬਹੁਤ ਕੁਝ ਹੈ, ਨਹੀਂ ਜਾਣਨਾ, ਬਸ ਜੁੜਨਾ, ਲੀਨ ਹੋਣਾ। ਇਸ ਤਰ੍ਹਾਂ ਦੇ ਲੋਕਾਂ ਦੇ ਅੰਦਰ ਜਜ਼ਬੇ ਪ੍ਰਧਾਨ ਸਨ, ਭਾਵਨਾਵਾਂ ਪ੍ਰਧਾਨ ਸਨ। ਦੂਸਰੇ ਜਿਨ੍ਹਾਂ ਨੂੰ ਗਿਆਨੀ ਆਖਿਆ ਗਿਆ, ਤਾਰਕਿਕ ਆਖਿਆ ਗਿਆ, ਦਾਰਸ਼ਨਿਕ ਚਿੰਤਕ ਆਖਿਆ ਗਿਆ, ਉਹਨਾਂ ਕੇ ਨਹੀਂ ਜਾਣਨਾ, ਜਾਣਨਾ। ਪਰ ਜਾਣ ਕੇ ਕਰੀਬਨ ਉਹ ਗਿਆਨੀ ਵੀ ਉੱਥੇ ਹੀ ਪਹੁੰਚੇ, ਨਹੀਂ ਜਾਣ ਸਕਦੇ। ਜਿਤਨਾ ਜਾਣਦੇ ਆ ਜਾਣਨ ਨੂੰ ਫਿਰ ਵੀ ਕੁਝ ਬਾਕੀ ਰਹਿ ਜਾਂਦਾ। ਤੋ ਧਰਮ ਦੀਆਂ ਇਹ ਦੋ ਸ਼ਾਖਾਵਾਂ ਬਣ ਗਈਆਂ ਔਰ ਇਸ ਦੇ ਵਿੱਚ ਬਕਾਇਦਾ ਵੰਡ ਵੀ ਕੀਤੀ ਹੋਈ ਹੈ। ਇਹ ਭਗਤੀ ਮਾਰਗ ਹੈ, ਇਹ ਗਿਆਨ ਮਾਰਗ ਹੈ। ਔਰ ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕਰਦੇ ਨੇ, ਭਗਤੀ ਯੋਗ ਹੈ, ਇਹ ਗਿਆਨ ਯੋਗ ਹੈ। ਇਹ ਜਾਣ ਕੇ ਜੁੜੇ ਨੇ ਔਰ ਇਹ ਮਨ ਕੇ ਜੁੜੇ ਨੇ, ਭਰੋਸਾ ਕਰਕੇ ਜੁੜੇ ਨੇ, ਜਜ਼ਬਿਆਂ ਕਰਕੇ ਜੁੜੇ ਨੇ, ਭਾਵਨਾਵਾਂ ਕਰਕੇ ਜੁੜੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦੋਹਾਂ ਦਾ ਸੰਗਮ ਹੈ, ਦੋਹਾਂ ਦਾ ਜੋੜ ਹੈ। ਅਗਰ ਅਸੀਂ ਦੇਖਦੇ ਹਾਂ ਆਪਣੀ ਕਾਇਆ ਨੂੰ, ਇਹ ਤਿੰਨਾਂ ਦਾ ਜੋੜ ਹੈ, ਤਨ, ਮਨ, ਆਤਮਾ। ਵਿਚਾਰਕ ਐਸਾ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਐਸੇ ਖਿਆਲ ਮਿਲਦੇ ਨੇ। ਐਸੀਆਂ ਧਰਤੀਆਂ ਨੇ ਜਿੱਥੋਂ ਦੇ ਵਸਨੀਕਾਂ ਨੂੰ ਅਸੀਂ ਕਹਿ ਸਕਦੇ ਹਾਂ ਸਿਰਫ ਤਨ ਦੇ ਤਲ ਤੇ ਜੀ ਰਹੇ ਹਾਂ। ਐਸੇ ਲੋਕ ਨੇ ਕਹਿ ਸਕਦੇ ਹਾਂ ਸਿਰਫ ਮਨ ਦੇ ਤਲ ਤੇ ਜੀ ਰਹੇ ਨੇ। ਫਿਰ ਕੁਝ ਐਸੀ ਦੁਨੀਆ ਹੈ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਇਹ ਆਤਮਾ ਦੇ ਤਲ ਤੇ ਜੀ ਰਹੇ। ਜੀਵਨ ਦੇ ਤਲ ਇਹ ਤਿੰਨ ਨੇ। ਤਨ ਠੋਸ ਹੈ ਔਰ ਹਰ ਇੱਕ ਦਾ ਤਨ ਅਲੱਗ-ਅਲੱਗ ਹੈ, ਬਿਲਕੁਲ ਅਲੱਗ-ਅਲੱਗ ਹੈ। ਕਹਿੰਦੇ ਨੇ ਤਨ ਦੇ ਤਲ ਤੇ ਜੀਣ ਵਾਲਾ ਮਨੁੱਖ ਉਖੜਿਆ ਆਉਂਦਾ ਹੈ, ਟੁੱਟਿਆ ਆਉਂਦਾ ਹੈ, ਕਿਉਂਕਿ ਇੱਕ ਤਨ ਜੈਸਾ ਦੂਸਰਾ ਤਨ ਹੈ ਹੀ ਨਹੀਂ। ਸਤਿਗੁਰਾਂ ਦੀ ਬਾਣੀ ਦਾ ਫਰਮਾਨ, ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਜੈਸਾ ਦੂਸਰਾ ਪ੍ਰਭੂ ਨੇ ਬਣਾਇਆ ਹੀ ਨਹੀਂ। ਅਰਬਾਂ ਖਰਬਾਂ ਮਨੁੱਖ ਹੋ ਗੁਜ਼ਰੇ ਨੇ ਔਰ ਇੱਕ ਅੰਦਾਜ਼ੇ ਦੇ ਮੁਤਾਬਕ 5 ਅਰਬ ਮਨੁੱਖ ਇਸ ਵਕਤ ਮੌਜੂਦ ਨੇ, ਅਗਾਂਹ ਹੁੰਦੇ ਰਹਿਣਗੇ। ਈਸ਼ਵਰ ਦੀ ਰਚਨਾ ਦੇ ਵਿੱਚ ਇੱਕ ਜੈਸਾ ਦੂਸਰਾ ਨਹੀਂ ਹੈ। ਮੇਰੇ ਕਰਤੇ ਇੱਕ ਖੇਲ ਰਚਾਇਆ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਇੱਕ ਜੈਸੇ ਦੂਸਰੇ ਦੇ ਨੈਣ ਨਕਸ਼ ਨਹੀਂ ਨੇ, ਇੱਕ ਜੈਸੀ ਦੂਸਰੇ ਦੀ ਆਵਾਜ਼ ਵੀ ਨਹੀਂ ਹੈ, ਇੱਕ ਜੈਸੀ ਦੂਸਰੇ ਦੀ ਚਾਲ ਵੀ ਨਹੀਂ ਹੈ ਔਰ ਇੱਕ ਜੈਸੀ ਦੂਸਰੇ ਦੀ ਉਂਗਲੀਆਂ ਦੀ ਛਾਪ ਵੀ ਨਹੀਂ ਹੈ। ਹਰ ਇੱਕ ਦੇ ਫਿੰਗਰਪ੍ਰਿੰਟ ਅਲੱਗ-ਅਲੱਗ ਨੇ।
अंगूठा हर एक दा अलग अलग। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵਾਂ ਅੰਗੂਠਾ ਲਿਆ ਕੇ। ਪੁਰਾਣੇ ਜ਼ਮਾਨੇ ਤੇ ਦਸਖਤ ਬਸ ਅੰਗੂਠੇ ਦੇ ਮੰਨਦੇ ਸਨ, ਕਿਉਂਕਿ ਦਸਖਤ ਮਿਲਾਏ ਜਾ ਸਕਦੇ ਨੇ, ਲਿਖਤ ਮਿਲਾਈ ਜਾ ਸਕਦੀ, ਅੰਗੂਠਾ ਨਹੀਂ ਮੇਲ ਖਾਂਦਾ। ਹਰ ਇੱਕ ਦਾ ਅੰਗੂਠਾ ਹੀ ਅਲੱਗ ਅਲੱਗ ਹੈ। ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਤਨ ਦੇ ਤਲ ਤੇ ਜੋ ਮਨੁੱਖ ਜੀ ਰਿਹਾ, ਕਹਿੰਦੇ ਨੇ ਉਸ ਦੀ ਕਿਸੇ ਨਾਲ ਸਾਂਝ ਨਹੀਂ ਬਣਦੀ। ਉਹਦਾ ਇੱਕ ਕਾਰਨ ਹੈ, ਤਨ ਸਭ ਦੇ ਅੱਡ ਅੱਡ ਨੇ, ਨਿਆਰੇ ਨੇ, ਵੱਖ ਵੱਖ ਨੇ। ਮਨ ਵਿਚਾਰਾਂ ਦਾ ਪ੍ਰਵਾਹ, ਸੋਚਣੀ ਦਾ ਪ੍ਰਵਾਹ, ਯਾਦਾਂ ਦਾ ਪ੍ਰਵਾਹ, ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ। ਮੇਰੇ ਵਿਚਾਰ ਕਿਸੇ ਹੋਰ ਦੇ ਵਿਚਾਰ ਹੋ ਸਕਦੇ ਨੇ, ਕਿਸੇ ਦੀ ਸੋਚਣੀ ਮੇਰੀ ਸੋਚਣੀ ਹੋ ਸਕਦੀ ਹੈ, ਉਸ ਦੀ ਯਾਦ ਵਿੱਚ ਮੈਂ ਹੋਵਾਂ, ਮੇਰੀ ਯਾਦ ਵਿੱਚ ਉਹ ਹੋਵੇ, ਤਾਂ ਮਨ ਇੱਕ ਹੋ ਸਕਦੇ ਨੇ। ਕਿਧਰੇ ਕਿਧਰੇ ਮਨ ਦੋ ਇੱਕ ਹੋ ਸਕਦੇ ਨੇ, ਤਨ ਦੋ ਇੱਕ ਨਹੀਂ ਹੁੰਦੇ, ਹੋ ਹੀ ਨਹੀਂ ਸਕਦੇ। ਤਨ ਨਿਆਰੇ ਹੀ ਬਣਾਏ ਨੇ ਪ੍ਰਮਾਤਮਾ ਨੇ, ਸਾਰੇ ਹੀ ਅਲੱਗ ਅਲੱਗ ਬਣਾਏ ਨੇ, ਔਰ ਇਹ ਅਲੱਗ ਅਲੱਗ ਹੀ ਹੁੰਦੇ ਰਹਿਣਗੇ। ਤਨ ਸਿਰਫ ਮਨੁੱਖੀ ਨਹੀਂ, ਸੂਰਜ, ਚੰਦ, ਤਾਰੇ, ਇਹ ਵੀ ਸਭ ਅਲੱਗ ਅਲੱਗ ਨੇ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਜਦਕਿ ਗੁਰਬਾਣੀ ਕਹਿੰਦੀ ਹੈ ਅਨੰਤ ਸੂਰਜ ਨੇ। ਅਕਾਲ ਪੁਰਖ ਕੀ ਦੇਹ ਨੇ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੇ ਤੇ, ਰਵ ਸਸ ਕੋਟ ਜਲੇਸ। ਪ੍ਰਭੂ ਦੇ ਗਰਭ ਦੇ ਵਿੱਚ ਕਰੋੜਾਂ ਸੂਰਜ ਨੇ, ਕਰੋੜਾਂ ਚੰਦਰਮਾ, ਰਵ ਸਸ ਕੋਟ ਜਲੇਸ। ਰਵੀ ਸਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ, ਕੋਈ ਇੱਕ ਸੂਰਜ ਹੈ, ਕਰੋੜਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਕਈ ਕੋਟ ਸਸੀਅਰ ਸੂਰ ਨਿਖਤਰ, ਕਈ ਕਰੋੜਾਂ ਸੂਰਜ ਨੇ, ਕੋਈ ਇੱਕ। ਪਰ ਇਹ ਸਭ ਆਕਾਰ ਨੇ, ਆਕਾਰ ਇੱਕ ਦਾ ਦੂਸਰੇ ਜੈਸਾ ਨਹੀਂ ਹੈ। ਇੱਕ ਸੂਰਜ ਦੂਸਰੇ ਸੂਰਜ ਜੈਸਾ ਨਹੀਂ ਹੈ। ਔਰ ਗੁਰਬਾਣੀ ਦੀ ਬਾਰੀਕੀਆਂ ਇਹ ਕਹਿੰਦੀਆਂ ਨੇ ਕਿ ਰੇਤ ਦਾ ਇੱਕ ਜ਼ਰਰਾ ਦੂਜੇ ਜ਼ਰਰੇ ਜੈਸਾ ਨਹੀਂ ਹੈ। ਇਹ ਤੇ ਹੁਣ ਇੰਜ ਕਹਿ ਲੋ ਇੱਕ ਵਿਗਿਆਨ ਹੈ, ਸਾਇੰਸ ਹੈ, ਪਰ ਗੁਰਬਾਣੀ ਇਹ ਪਹਿਲੂ ਵੀ ਸਾਹਮਣੇ ਰੱਖਦੀ ਹੈ। ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਇੱਕ ਜ਼ਮੀਨ ਜੈਸੀ ਦੂਸਰੀ ਜ਼ਮੀਨ ਨਹੀਂ ਹੈ, ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ, ਇੱਕ ਰੇਤ ਦੇ ਜ਼ਰਰੇ ਜੈਸਾ ਦੂਸਰਾ ਜ਼ਰਰਾ ਨਹੀਂ ਹੈ। ਸਭ ਕੁਝ ਅਲੱਗ ਅਲੱਗ ਹੈ, ਸਭ ਕੁਝ ਭਿੰਨ ਭਿੰਨ ਹੈ। ਅਰਬਾਂ ਖਰਬਾਂ ਲਹਿਰਾਂ ਸਾਗਰ ਵਿੱਚ ਇੱਕ ਸੈਕਿੰਡ ਵਿੱਚ ਪੈਦਾ ਹੁੰਦੀਆਂ ਨੇ, ਇੱਕ ਲਹਿਰ ਜੈਸੀ ਦੂਸਰੀ ਲਹਿਰ ਨਹੀਂ ਹੈ, ਨਹੀਂ ਬਣਦੀ। ਤਨ ਦੇ ਤਲ ਦੇ ਉੱਤੇ ਇਤਨੀ ਭਿੰਨਤਾ ਹੈ, ਇਤਨੀ ਅਨੇਕਤਾ ਹੈ। ਫਿਰ ਗੁਰਬਾਣੀ ਦਾ ਇਹ ਸਿਧਾਂਤਿਕ ਨੁਕਤਾ, ਇੱਕ ਤਨ ਜੈਸਾ ਦੂਸਰਾ ਤਨ ਨਹੀਂ ਹੈ। ਤੇ ਤਨ ਦੇ ਮੋਹ ਦੇ ਤਲ ਤੇ ਜੀਣ ਵਾਲੇ ਇਹ ਦੋਸਤੀ, ਇਹ ਰਿਸ਼ਤੇ ਕੋਈ ਬਹੁਤ ਲੰਬੇ ਨਹੀਂ ਹੁੰਦੇ, ਕਿਉਂਕਿ ਤਨ ਦੀ ਹੋਂਦ ਹੀ ਕੋਈ ਬਹੁਤ ਲੰਬੀ ਨਹੀਂ ਹੈ। ਔਰ ਤਨ ਜੈਸਾ ਦੇਖੇ ਹੈ, ਤਨ ਤੇ ਛਿਨ ਛਿਨ ਵਿੱਚ ਬਦਲਦਾ ਹੈ। ਤੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਦੋ ਮਨ ਇੱਕ ਹੋ ਸਕਦੇ ਨੇ। ਜੋ ਅਗਲੇ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਸਕਦੀ, ਜੋ ਮੈਂ ਯਾਦ ਕਰ ਰਿਹਾ ਉਹ ਵੀ ਉਹੀ ਯਾਦ ਕਰ ਰਿਹਾ। ਮੇਰੀ ਸੋਚਣੀ ਦੂਸਰੇ ਦੀ ਸੋਚਣੀ ਹੋ ਸਕਦੀ ਹੈ, ਦੂਜੇ ਦੀ ਸੋਚਣੀ ਮੇਰੀ ਸੋਚਣੀ ਹੋ ਸਕਦੀ। ਜੋ ਮੇਰੇ ਵਿਚਾਰ ਨੇ ਉਹੀ ਦੂਜੇ ਦੇ ਹੋ ਸਕਦੇ ਨੇ। ਜਿਸ ਨੂੰ ਮੈਂ ਯਾਦ ਕਰ ਰਿਹਾ ਉਹ ਮੈਨੂੰ ਯਾਦ ਕਰ ਰਿਹਾ ਹੈ, ਤਾਂ ਇਹ ਦੋ ਮਨ ਇੱਕ ਹੋ ਸਕਦੇ ਨੇ। ਤੇ ਮਨ ਹੈ ਕਿ ਯਾਦਾਂ ਦਾ ਪ੍ਰਵਾਹ, ਸੋਚਣੀ ਦਾ ਪ੍ਰਵਾਹ, ਵਿਚਾਰਾਂ ਦਾ ਪ੍ਰਵਾਹ। ਦੋ ਮਨ ਇੱਕ ਹੋ ਸਕਦੇ ਨੇ, ਪਰ ਬਹੁਤ ਥੋੜਿਆਂ ਨਾਲ। ਮਨ ਦੀ ਸਾਂਝ ਵੀ ਕੋਈ ਬਥੇਰਿਆਂ ਨਾਲ ਨਹੀਂ ਬਣਨ ਲੱਗੀ, ਸਾਰਿਆਂ ਨਾਲ ਮਨ ਨਹੀਂ ਮਿਲੇਗਾ। ਦੂਰ ਕਿਉਂ ਜਾਓ, ਇੱਕ ਘਰ ਦੇ ਵਿੱਚ ਪਿਓ ਪੁੱਤਰ ਦਾ ਮਨ ਵੀ ਇੱਕ ਨਹੀਂ ਹੁੰਦਾ, ਤਨ ਤੇ ਇੱਕ ਹੈ ਹੀ ਨਹੀਂ।
और ये भी अर्ज करते हैं, दो भरावां दे मन भी एक नहीं आउंदे, तन ते एक है नहीं। लाजमी नहीं पति पत्नी का भी मन एक होवे, तन ते एक है ही नहीं। सोचनी का मेल होवे, विचारां का संगम होवे, यादां का इकट्ठ होवे, कोई जरूरी नहीं है, ये कोई लाजमी नहीं है। भावें एक घर दे च प्यो पुत्र रह रहे ने, भावें एक घर दे च दो बिरा रह रहे ने, भावें एक घर दे च पति पत्नी रह रहे ने, और ये कोई लाजमी तो नहीं कि मन एक ने। तन भी अलग ने, मन भी अलग ने, सोचनी अलग अलग है, विचार अलग अलग ने, ते प्रबल यादां भी अलग अलग ने। किधरे किधरे दो मन एक हो जाते, विचार एक हो जाते, सोचने एक हो जाती है, यादां एक हो जाती हैं, पर यह बहुतात दे च नहीं, व्यापक रूप दे च नहीं। अगर 5 अरब के करीब इस वक्त जमीन के उत्ते मनुख रह रहे हैं, तो मैं अर्ज करा कुछ सैकड़ियां का या चलो 1000 2000 का ही जिक्र कर सकते हैं, मन एक ने, बाकी नहीं, किसी दे भी नहीं। भावें सारी जिंदगी कट्ठे रहे प्यो पुत्र, भावें सारी जिंदगी कट्ठे रहे दो बिरा, भावें सारी जिंदगी कट्ठे रहे पति ते पत्नी, कोई जरूरी नहीं मन एक होए होवन, विचार एक होए होवन, ख्याल एक होए होवन, यादां एक होवन। लेकिन फिर भी एकता क्यों बनी रहती है? आत्मा सारियां च इक्को है, अलग अलग नहीं है। आत्मा रेत दे जर्रे तो लैके सूरज तक, कीड़ी तो लैके हाथी तक, पशु तो लैके देवते तक इक्को ही है। हस्ती कीटी त्रिड़लो आदंग, एक अखंडत बसे अनादंग। गुरु गोविंद सिंह जी। एक अखंड ज्योति जर्रे तो लैके सूरज तक, कीड़ी तो लैके हाथी तक, पशु तो लेके मनुख तो लंघदी हुई देवतियां तक इक्को ही है। आत्मा दा तल इक्को ही है, कोई अलग अलग नहीं है, इक्को ही है। मन एक नहीं है, तन भी एक नहीं है। इस वास्ते दुनिया दे कोई मुल्क दा कितना भी खैर खा क्यों ना होवे, कोई भी राजनीतिक अपने मुल्क दे भी एकता नहीं लिया सकिया मनुखां दी। कोई दार्शनिक चिंतक भी इसदे सफल नहीं होया। ये भी मैं अर्ज करते हैं, गुरुआं पैगंबरां ने कोशिश की मनुख किधरे आत्मा दे तल ते जीवे ते सब कुछ एक दिखाई देवे, उन्हां नूं पूरी सफलता नहीं मिली। क्यों? एक संग तराश जद पत्थर नूं घड़दा है ते मूर्ति बनांदा है, हथ दे छैणा लैके हथौड़ा लैके पत्थर इनकार नहीं करदा कि तू मैनू घड़ना। हालांकि मूर्ति पत्थर दे विच पई है, सिर्फ फालतू टुकड़ियां नूं संग तराश एक पासे करदा है। कतई मूर्ति कोई आसमान तो लिया के पत्थर दे च नहीं सुटदा, पत्थर दे विचों ही मूर्ति प्रगट करदा है। पत्थर ही मूर्ति है, पर वो कुछ फालतू टुकड़ियां नूं एक पासे करदा है। अवतार गुरु पीर पैगंबर कहंदे तू परमात्मा है, तू ईश्वर है, कुछ फालतू टुकड़ियां नूं एक पासे कर दईए, कुछ फालतू सोचनी, कुछ फालतू विचार। पर मनुख ऐसा पत्थर है, कहंदा नहीं तू छैणा मारेगा, तू हथौड़ी मारेगा, तू तराशेगा, मैनू कबूल नहीं। पत्थर इनकार नहीं कर सकता, तो संग तराश उसनूं मूर्ति मान बना देंदा है, मंदिर दे टिका देंदा है। लोकां दे सिर झुक जांदे ने, झुक सकते ने सिर मनुख दे अगों देवतियां दे भी, पर मनुख इनकारी हो जाता है गुरु तो और अवतार तो नहीं। मैं जैसा हाँ ठीक। तो दो शब्द बर्दाश्त करना
कोई बहुत वड्डी सफलता किसी भी पैगंबरी पुरुष ਨੂੰ नहीं मिली, किसी भी अवतार ਨੂੰ नहीं मिली, क्योंकि हर अनघड़े पत्थर ने कह दिता मैं नहीं घड़ना, मैनू ना घड़ो, मैं जैसा हाँ ठीक हाँ। मैं अर्ज करा मस्जिद दे जाके मुसलमान कह देंदा है मैं जैसा हाँ ठीक है, तू कहंदा रहे मोहम्मद साहब जो कुछ कहंदे कहो। गुरुद्वारे जाके ठीक है सिख मत्था भी टेकदा होवेगा पर अंदरों ते यही कहंदा गुरु मैं जैसा हाँ ठीक हाँ, तू जैसा है कहंदा रहे मैं जैसा हाँ ठीक हाँ। इसी तरीके नाल मंदिर दे जाके मूर्ति दे अगों मत्था टेक के जरूर हिंदू दी अचेतन मन दी धारणा यही है ऐ संगतराश ठीक है तू पत्थर नू भगवान बनाया होवेगा पर हे भगवान मैं भगवान नहीं बनना, ए पैगंबर मैं भगवान नहीं बनना, तू मैनू ना घड़ा। क्यों ये जिहड़े तू फालतू टुकड़े तराशना चाहता है ना मैनू ये चंगे लगदे ने ते मैं ते जींदा ही उन्हां करके पिया, मेरी ते जिंदगी उन्हां करके ते तू तराशना चाहता है। जिहड़े विचार मैनू बहुत प्यारे ने जिन्हां करके मैं जी रहा तू तो यही जो है कट के परे सुटना चाहता है। यकीन जानो वो अमृत दी छैनी नाल शराब दी बोतल तोड़ना चाहता है गुरु, वो सच दे हथौड़े नाल झूठ नू तोड़ना चाहता है, वो प्रेम दे छेणियां नाल नफरत ते घिरणा नू तोड़ना चाहता है, वो एकता दी हथौड़ी नाल दुबदा नू मिटाना चाहता है। पर मनुख कहंदा नहीं ये हथौड़ी अपने कोल रख, ये छेणे अपने कोल रख, यही ते मेरा जीवन है, इसे ते मैं जीवन, इसे ते रस है। कहंदे रहे अवतार मैनू तराशण दे टुकड़े अलग करन दे, तू परमात्मा हो जाएगा, ईश्वर हो जाएगा। पर मनुख भी ऐसा ढीठ है मैं जैसा ठीक हाँ। इस वास्ते यकीन जानो मनुख दा ढीठपना नहीं हारिया, पैगंबरां दी मेहनत हार गई, अवतारां दी मेहनत हार गई, गुरुआं दी मेहनत हार गई। एक आलम दा कहना है हजारों खिजर पैदा कर चुकी है नस्ल आदम की, ये सब तस्लीम लेकिन आदमी अब तक भटकता है। ठीक है मन दे उस्ताद ज़ौक, हजारों खिजर पैदा कर चुकी है नस्ल आदम की, ये मनुखां दी नस्ल पता नहीं कितने पैगंबरां नू जन्म दे चुकी है, कितने अवतारां नू जन्म दे चुकी, कितने गुरु आए और गुस्ताखी माफ सारे ही असफल गए। बड़ी छोटी जी जबान नाल मैं बहुत वड्डी गल कर रहा, सब असफल गए। सब कुल हथौड़ी भी सी, छेणे भी हैगे सन ते सारे तरले भी लेंदे रहे मैं तेनू रब दा रूप बना दियां, मैं तेनू खुदा जैसा बना दियां। और एक दफा ते खुदा नू भी सजदा करना पेगा मैं तेनू ऐसा बना दियां। मनुख राजी नहीं होया, नहीं संग तराश सफल होए ने, पत्थर नू मूर्ति बनाने दे अवतार सफल नहीं होए मनुख नू परमात्मा बनाने दे। इस वास्ते पत्थर जितने मूर्तिमान हो गए, पत्थर जितनियां खूबसूरत मूर्तियां दी शक्ल अख्तियार कर गए, मनुख इतनी सुंदर मूर्ति नहीं बन सकिया। इस वास्ते मनुखां नू भी पत्थरां दीयां मूर्तियां वेखणियां पैंदियां, क्योंकि मनुख ते मूर्तिमान होया नहीं, पत्थर मूर्ति हो गए। मनुख ते सुंदर होया ना, पत्थर सोना हो गया। मनुख ते काबले दीद बनया ना, पत्थर काबले दीद बन गया। मनुख ते ऐसा होया ना कि सिर झुक सके, तो पत्थर ऐसा होया सिर झुकया। एक संग तराश ने पत्थर नू ऐसा बनाया, इंज कह लो रूहे जमीन ते 80% लोग बुत परस्त ने। सारा बुद्धिस्ट बौद्ध धर्म महात्मा बुद्ध दी मूर्ति दे अगों झुकदा है। सारा हिंदू धर्म मूर्तियां दी पूजा करदा है। सारा दा सारा जैन धर्म मूर्तियां दा पुजारी है।
ਭਾਵੇਂ ਈਸਾਈਅਤ ਬੁੱਤ ਪ੍ਰਸਤ ਨਾ ਹੋਵੇ, ਪਰ ਚਰਚ ਦੇ ਅੰਦਰ ਤੇ ਈਸਾ ਦੀ ਮੂਰਤੀ ਹੈ, ਤਸੱਵਰ ਦੇ ਤੇ ਹੈ। ਇਤਨੀ ਦੁਨੀਆ ਪੱਥਰ ਦੀ ਬਣੀਆਂ ਹੋਈਆਂ ਮੂਰਤੀਆਂ ਦੇ ਅੱਗੋਂ ਝੁਕ ਰਹੀ ਹੈ। ਸੰਗ ਤਰਾਸ਼ ਇੱਕ ਪੱਥਰ ਨੂੰ ਘੜ ਕੇ ਪੱਥਰ ਦਾ ਭਗਵਾਨ ਬਣਾਉਣ ਦੇ ਸਫਲ ਹੋਇਆ ਹੈ। ਇੱਕ ਅਵਤਾਰ ਪੈਗੰਬਰ ਮਨੁੱਖ ਨੂੰ ਘੜ ਕੇ ਮਨੁੱਖੀ ਭਗਵਾਨ ਬਣਾਉਣ ਦੇ ਸਫਲ ਨਹੀਂ ਹੋਇਆ। ਇਹ ਮੈਂ ਅਰਜ਼ ਕਰਦੇ ਹਾਂ, ਇਹ ਹੈ ਕਦੀ ਕਦਾਈ ਕੋਈ ਕਬੀਰ ਜੈਸਾ, ਕੋਈ ਰਵਿਦਾਸ ਜੈਸਾ। राम कबीरा एक भय है, कोई न सके पछानी। कबीर राजी हो गया, सब कुछ फालतू टुकड़े अलग कर देते, कबीर राम जैसा हो गया। तो मैं अर्ज करा, पत्थर इनकार नहीं करता कि मैनू ना घड़ा। संग तराश जैसा घड़ी जांदा है, बनाई जांदा उसनूं। मनुख इनकार करता है, नहीं ਇੱਥੇ ਹਥੌੜੀ ਨਾ ਮਾਰ, ਇੱਥੇ ਛੇਣਾ ਨਾ ਮਾਰ। ਤੇ ਛੋੜ ਛੇਣੇ ਹਥੌੜੀਆਂ ਹਨ ਕਿ ਮੈਂ ਫਿਰ ਅਰਜ਼ ਕਰਾਂ, ਉਹ ਪ੍ਰੇਮ ਦੇ ਛੇਣੇ ਨਾਲ ਨਫ਼ਰਤ ਦੇ ਟੁਕੜੇ ਨੂੰ ਅਲੱਗ ਕਰਨਾ ਚਾਹੁੰਦਾ ਹੈ। ਉਹ ਏਕਤਾ ਦੀ ਹਥੌੜੀ ਦੇ ਨਾਲ ਦੁਬਦਾ ਨੂੰ ਤੋੜਨਾ ਚਾਹੁੰਦਾ ਹੈ। ਉਹ ਨਿਰਵੈਰਤਾ ਦੇ ਛੇਣਿਆਂ ਨਾਲ ਵੈਰ ਭਾਵ ਨੂੰ ਮਿਟਾਉਣਾ ਚਾਹੁੰਦਾ ਹੈ। ਤੇ ਮਨੁੱਖ ਕਹਿੰਦਾ ਇਹੀ ਮਿਟ ਗਿਆ ਤਾਂ ਫਿਰ ਮੈਂ ਜੀਵਾਂਗਾ ਕਿਸ ਤਰ੍ਹਾਂ? ਜੀਵਨ ਦਾ ਆਧਾਰ ਤੇ ਮੇਰੇ ਕੋਲ ਵੈਰ ਵਿਰੋਧ, ਨਫ਼ਰਤ, ਗਿਰਣਾ, ਦੁਬਦਾ, ਅਹੰਕਾਰ, ਇਸੇ ਕਰਕੇ ਤੇ ਮੈਂ ਜੀ ਰਿਹਾ। ਤੇ ਮਨੁੱਖ ਦਾ ਜੀਵਨ ਤੇ ਇਹੀ ਹੈ। ਤਾਂ ਫਿਰ ਮਨੁੱਖ ਰਾਜ਼ੀ ਨਹੀਂ ਆਉਂਦਾ, ਮਨੁੱਖ ਇਨਕਾਰੀ ਆਉਂਦਾ ਹੈ। ਇਸ ਵਾਸਤੇ ਸੰਗ ਤਰਾਸ਼ ਪੱਥਰ ਨੂੰ ਭਗਵਾਨ ਬਣਾਉਣ ਦੇ ਸਫਲ ਹੋਏ ਨੇ, ਅਵਤਾਰ ਮਨੁੱਖ ਨੂੰ ਭਗਵਾਨ ਬਣਾਉਣ ਦੇ ਸਫਲ ਨਹੀਂ ਹੋਏ। ਸੰਗ ਤਰਾਸ਼ ਇੱਕ ਮੂਰਤੀ ਨੂੰ ਈਸਾ ਬਣਾਉਣ ਦੇ ਸਫਲ ਹੋਇਆ ਹੈ, ਈਸਾ ਕਿਸੇ ਮਨੁੱਖ ਨੂੰ ਈਸਾ ਬਣਾਉਣ ਦੇ ਸਫਲ ਨਹੀਂ ਹੋਇਆ। ਇਤਨੀ ਮੈਂ ਅਰਜ਼ ਕਰਦੇ ਹਾਂ। ਇੱਕ ਸੰਗ ਤਰਾਸ਼ ਇੱਕ ਪੱਥਰ ਨੂੰ ਭਗਵਾਨ ਕ੍ਰਿਸ਼ਨ ਬਣਾਉਣ ਦੇ ਸਫਲ ਹੋ ਗਿਆ ਹੈ, ਪਰ ਕ੍ਰਿਸ਼ਨ ਕਿਸੇ ਮਨੁੱਖ ਨੂੰ ਕ੍ਰਿਸ਼ਨ ਬਣਾਉਣ ਦੇ ਸਫਲ ਨਹੀਂ ਹੋਇਆ। ਇਹ ਵੀ ਮੈਂ ਅਰਜ਼ ਕਰਦੇ ਹਾਂ। ਅਵਤਾਰ ਸਫਲ ਨਹੀਂ ਹੋਇਆ। ਕੀ ਹੋਇਆ? ਕੋਈ ਇੱਕਦ ਮੂਰਤੀਮਾਨ ਹੋ ਗਿਆ, ਕੋਈ ਇੱਕਦ ਐਸਾ ਜਿਹਨੂੰ ਵੇਖੀਏ ਤੇ ਭਗਵਾਨ ਚੇਤੇ ਆਵੇ, ਕੋਈ ਇੱਕਦ ਐਸਾ ਜਿਹਨੂੰ ਵੇਖੀਏ ਤੇ ਕਲਗੀਧਰ ਚੇਤੇ ਆਵਨ, ਗੁਰੂ ਗੋਬਿੰਦ ਸਿੰਘ ਚੇਤੇ ਆਵਨ, ਗੁਰੂ ਨਾਨਕ ਚੇਤੇ ਆਵੇ, ਕੋਈ ਇੱਕਦ। ਤੋ ਇਹ ਨਿਰਾਸ਼ਾਜਨਕ ਗੱਲ ਹੈ ਕਿ ਇਹਦੇ ਨਾਲ ਆਸ ਨਹੀਂ ਬਚਦੀ। ਇਹ ਵੀ ਸ਼ਾਇਦ ਉਂਝ ਹੀ ਹੋ ਗਿਆ ਹੋਵੇਗਾ। ਇਹ ਸ਼ਾਇਦ ਅਪਵਾਦ ਹੋਵੇ। 1000 ਬੂਟੇ ਹੋਵਨ ਤੇ ਇੱਕ ਨੂੰ ਕਿਧਰੇ ਫਲ ਲੱਗਣ ਤੇ 999 ਸੁੱਕ ਸੜ ਜਾਣ, ਤਾਂ ਕਹਿਣਾ ਪਏਗਾ ਸ਼ਾਇਦ ਇਹ ਜਿਹੜਾ ਇੱਕ ਹੈ ਮਾਲੀ ਦੀ ਨਿਗਾਹ ਤੋਂ ਬਚ ਗਿਆ ਹੋਣਾ, ਤਾਂ ਹੀ ਇਹ ਕਿਧਰੇ ਹਰਾ ਭਰਾ ਹੋ ਗਿਆ, ਕਿਉਂਕਿ 999 ਤੇ ਸੁੱਕੇ ਪਏ ਨੇ। ਨਹੀਂ, ਉਹ ਇੱਕ ਆਪਣੇ ਆਪ ਨੂੰ ਮਾਲੀ ਦੇ ਹੱਥਾਂ ਦੇ ਦੇਣ ਨੂੰ ਰਾਜ਼ੀ ਹੋ ਗਿਆ। ਠੀਕ, ਤੂੰ ਜਿਸ ਤਰ੍ਹਾਂ ਮੈਨੂੰ ਸਿੰਚਦਾ ਹੈ, ਤੂੰ ਜਿਸ ਤਰ੍ਹਾਂ ਮੇਰੀ ਰੱਖਿਆ ਕਰਦਾ ਹੈ, ਮੈਂ ਤੇਰੇ ਹਵਾਲੇ। ਬਾਕੀ ਬੂਟਿਆਂ ਨੇ ਕਹਿ ਦਿੱਤਾ ਤੂੰ ਸਾਨੂੰ ਪਾਣੀ ਨਾਲ ਸਿੰਚਣਾ ਚਾਹੁੰਦਾ, ਨਹੀਂ ਚਾਹੀਦਾ। ਤੂੰ ਖਾਦ ਪਾਣਾ ਚਾਹੁੰਦਾ, ਨਹੀਂ ਚਾਹੀਦੀ। ਤੂੰ ਸਾਡੇ ਦੁਆਲੇ ਕੰਡਿਆਂ ਦੀ ਵਾੜ ਲਾਣਾ ਚਾਹੁੰਦਾ, ਨਹੀਂ। ਬੂਟੇ ਮਨੁੱਖੀ ਬੂਟੇ ਇਨਕਾਰੀ ਹੋ ਸਕਦੇ ਨੇ, ਮਾਲੀ ਅਸਫਲ ਰਹਿ ਗਏ। ਭਾਵੇਂ ਜ਼ਮੀਨ ਦੇ ਉੱਤੇ ਉਗਦੇ ਹੋਏ ਬਨਸਪਤੀ ਦੇ ਬੂਟੇ ਫਲ ਤੱਕ ਪਹੁੰਚਣ ਦੇ ਸਫਲ ਹੁੰਦੇ ਨੇ, ਇੱਕ ਮਨੁੱਖ ਬੂਟਾ ਹੈ ਜੋ ਫਲ ਤੱਕ ਪਹੁੰਚਣ ਦੇ ਸਫਲ ਨਹੀਂ ਹੁੰਦਾ, ਇਨਕਾਰ ਕਰ ਦਿੰਦਾ ਮਾਲੀ ਨੂੰ। ਤਾਂ ਮੈਂ ਅਰਜ਼ ਕਰ ਰਿਹਾ ਸੀ, ਸਾਰਿਆਂ ਦੇ ਤਨ ਅਲੱਗ-ਅਲੱਗ ਨੇ, ਮਨ ਕਿਧਰੇ ਕਿਸੇ ਨਾਲ ਇੱਕ ਹੋ ਸਕਦਾ ਹੈ। ਉਂਝ ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ, ਹਰ ਇੱਕ ਦੀ ਸੋਚਣੀ ਅਲੱਗ-ਅਲੱਗ, ਹਰ ਇੱਕ ਦੇ ਵਿਚਾਰਾਂ ਅਲੱਗ-ਅਲੱਗ, ਹਰ ਇੱਕ ਦੀਆਂ ਯਾਦਾਂ ਦੇ ਵਿੱਚ ਕੋਈ ਅਲੱਗ-ਅਲੱਗ ਚੱਲਦਾ ਹੈ। ਪਰ ਕਿਧਰੇ-ਕਿਧਰੇ ਬਹੁਤ ਪਿਆਰਾ ਲੱਗਣ ਲੱਗ ਪੈਂਦਾ। ਕੌਣ? ਜੋ ਮੇਰੀ ਸੋਚਣੀ ਹੈ ਉਹੀ ਦੂਜੇ ਦੀ ਸੋਚਣੀ ਹੈ।
ਜੋ ਦੂਜੇ ਦੇ ਵਿਚਾਰ ਨੇ ਉਹੀ ਮੇਰੇ ਵਿਚਾਰ ਨੇ। ਜਿਸ ਨੂੰ ਮੈਂ ਯਾਦ ਕਰ ਰਿਹਾ ਉਹ ਮੈਨੂੰ ਯਾਦ ਕਰ ਰਿਹਾ ਹੈ। ਯਾਦਾਂ ਇੱਕ ਹੋ ਗਈਆਂ ਨੇ, ਵਿਚਾਰ ਇੱਕ ਹੋ ਗਏ ਨੇ, ਸੋਚਣੇ ਇੱਕ ਹੋ ਗਈ। ਇਸ ਨੂੰ ਕਹਿੰਦੇ ਨੇ ਮਨ ਇੱਕ ਹੋ ਗਿਆ। ਪਰ ਕਿਤਨੇ ਕੁ ਨਾਲ ਹੋਵੇਗਾ? ਆਪ ਦੀ ਗਿਆਤ ਲਈ ਅਰਜ਼ ਕਰਾਂ, ਔਖੇ ਨਾ ਹੋਣਾ। ਇੱਕ ਸੱਚਾਈ ਮੈਂ ਬਿਆਨ ਕਰ ਰਿਹਾ। ਇੱਕ ਕੌਮ, ਉਹਨਾਂ ਦਾ ਵੀ ਸਾਰਿਆਂ ਦਾ ਮਨ ਇੱਕ ਨਹੀਂ ਆਉਂਦਾ। ਤੋ ਹਰ ਕੌਮ ਦੇ 'ਚ ਵੀ ਝਗੜੇ ਨੇ। ਸਿੱਖ ਦਾ ਸਿੱਖ ਨਾਲ ਝਗੜਾ, ਮੁਸਲਿਮ ਦਾ ਮੁਸਲਿਮ ਨਾਲ ਝਗੜਾ, ਹਿੰਦੂ ਦਾ ਹਿੰਦੂ ਨਾਲ ਫਸਾਦ ਸਾਰੀ ਦੁਨੀਆ 'ਚ ਮੌਜੂਦ ਹੈ। ਸਾਰੀ ਕੌਮ ਦਾ ਮਨ ਇੱਕ ਨਹੀਂ ਆਉਂਦਾ। ਸਾਰੇ ਦੇਸ਼ ਵਾਸੀਆਂ ਦਾ ਇੱਕ ਮਨ ਨਹੀਂ ਆਉਂਦਾ। ਇਹ ਤੇ ਦੂਰ ਦੀ ਗੱਲ, ਸਾਰੇ ਪਰਿਵਾਰ ਦਾ ਮਨ ਇੱਕ ਨਹੀਂ ਆਉਂਦਾ। ਕਤਈ ਇੱਕ ਨਹੀਂ ਆਉਂਦਾ। ਸੀਮਤ ਹੁੰਦੇ ਜਾਓ ਤੇ ਪਰਿਵਾਰ ਵੀ ਬਹੁਤ ਵੱਡਾ ਹੋ ਸਕਦਾ। ਦੋ ਭਰਾਵਾਂ ਦਾ ਮਨ ਵੀ ਇੱਕ ਨਹੀਂ ਆਉਂਦਾ। ਪਿਓ ਪੁੱਤਰ ਦਾ ਵੀ ਮਨ ਇੱਕ ਨਹੀਂ ਆਉਂਦਾ। ਪਤੀ ਪਤਨੀ ਦਾ ਵੀ ਮਨ ਇੱਕ ਨਹੀਂ ਆਉਂਦਾ। ਸੋਚਣੀ ਨਹੀਂ ਮੇਲ ਖਾਂਦੀ, ਵਿਚਾਰ ਨਹੀਂ ਮੇਲ ਖਾਂਦੇ, ਯਾਦਾਂ ਨਹੀਂ ਮੇਲ ਖਾਂਦੀਆਂ। ਮਨ ਦੇ ਤਲ ਤੇ ਉਸ ਨਾਲ ਸੰਬੰਧ ਜੁੜ ਜਾਂਦਾ ਹੈ ਜਿਸ ਨਾਲ ਵਿਚਾਰ ਮੇਲ ਖਾ ਗਏ, ਸੋਚਣੀ ਮੇਲ ਖਾ ਗਈ, ਯਾਦਾਂ ਦਾ ਜੋੜ ਜੁੜ ਗਿਆ। ਤੋ ਤਨ ਸਾਰਿਆਂ ਦੇ ਅਲੱਗ-ਅਲੱਗ ਨੇ, ਇੱਕ ਜੈਸੇ ਨਹੀਂ ਨੇ। ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ। ਕਿਧਰੇ ਦੋ ਮਨ ਇੱਕ ਹੋ ਜਾਂਦੇ ਨੇ। ਆਤਮਾ ਸਾਰਿਆਂ ਦੀ ਇੱਕ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ, ਜ਼ਰਰੇ ਤੋਂ ਲੈ ਕੇ ਸੂਰਜ ਤੱਕ ਆਤਮਾ ਇੱਕੋ ਹੀ ਹੈ। ਮੁਕੰਮਲ ਏਕਤਾ ਉਸੇ ਦਿਨ ਆਉਂਦੀ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਉਂਦਾ ਹੈ। ਫਿਰ ਸਾਰੇ ਹੀ ਆਪਣੇ ਦਿਖਾਈ ਦਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਸਭ ਕੋ ਉਮੀਦ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ। ਮੈਂ ਇੱਕ ਦਿਨ ਇਸਲਾਮੀ ਇਤਿਹਾਸ ਪੜ੍ਹ ਰਿਹਾ ਸੀ। ਹਸਨ ਨੇ ਰਾਬੀਆ ਕੋਲੋਂ ਕੁਰਾਨ ਸ਼ਰੀਫ ਪੜ੍ਹਨ ਵਾਸਤੇ ਮੰਗੀ, ਬਈ ਲਿਆ ਮੈਂ ਪੜ੍ਹਨੀ ਹੈ। ਪੋਥੀ ਲਿਆ, ਕਿਤਾਬ ਲਿਆ। ਪਰ ਇੱਕ ਆਇਤ ਦੇ ਉੱਤੇ ਰਾਬੀਆ ਨੇ ਹੜਤਾਲ ਫੇਰੀ ਹੋਈ ਸੀ, ਮਿਟਾਈ ਹੋਈ ਸੀ। ਤੇ ਹਸਨ ਕਹਿੰਦਾ, ਇਹ ਤੂੰ ਕੁਫਰ ਕਿਉਂ ਤੋਲਿਆ? ਇਹ ਕਿਉਂ ਕੀਤਾ? ਇਹ ਤੇ ਤੈਨੂੰ ਕੋਈ ਹੱਕ ਨਹੀਂ। ਐਸਾ ਤੂੰ ਕਿਉਂ ਕੀਤਾ? ਇਤਿਹਾਸ ਹੈ। ਰਾਬੀਆ ਕਹਿੰਦੀ, ਇੱਥੇ ਲਿਖਿਆ ਹੈ, ਸ਼ੈਤਾਨ ਨਾਲ ਨਫ਼ਰਤ ਕਰ, ਸ਼ੈਤਾਨ ਸੇ ਨਫ਼ਰਤ ਕਰੋ। ਨਫ਼ਰਤ ਰਹੀ ਨਹੀਂ ਤਾਂ ਮੈਂ ਕਿਸ ਤਰ੍ਹਾਂ ਕਰਾਂ, ਕਿਸ ਨਾਲ ਕਰਾਂ? ਨਹੀਂ ਰਹੀ। ਹੁਣ ਸ਼ੈਤਾਨ ਵੀ ਖੁਦਾ ਦਿਖਾਈ ਦਿੰਦਾ ਹੈ। ਹੁਣ ਮੈਨੂੰ ਇੰਜ ਦਿਖਾਈ ਦਿੰਦਾ ਹੈ, ਚਾਨਣੇ ਦੀ ਮਹਿਮਾ ਹੀ ਨਹੀਂ ਹੋ ਸਕਦੀ ਅਗਰ ਅੰਧੇਰਾ ਨਹੀਂ ਹੈ। ਭਗਵਾਨ ਜਿਸ ਦੇ ਅੰਦਰ ਝਲਕਦਾ ਹੈ ਉਸ ਕਰਕੇ ਹੀ ਝਲਕ ਰਿਹਾ, ਕਿਉਂਕਿ ਸ਼ੈਤਾਨ ਹੈ। ਹੁਣ ਤੇ ਸੁਪਨ ਦੀ ਮਹਿਮਾ ਹੀ ਕਰੂਪਤਾ ਕਰਕੇ, ਤੇ ਜਿਹੜੀ ਕਰੂਪਤਾ ਸੁਪਨ ਨੂੰ ਚਾਰ ਚੰਨ ਲਾ ਰਹੀ ਹੈ, ਜਿਹੜਾ ਅੰਧੇਰਾ ਰੋਸ਼ਨੀ ਦੀ ਮਹਿਮਾ ਬਣਾ ਰਿਹਾ ਹੈ, ਉਸ ਅੰਧੇਰੇ ਦੀ ਮੈਂ ਨਿੰਦਾ ਕਰਾਂ ਤੇ ਕਿਸ ਤਰ੍ਹਾਂ ਕਰਾਂ? ਬਲੈਕ ਬੋਰਡ ਦੇ ਉੱਤੇ ਹੀ ਚਿੱਟੇ ਅੱਖਰ ਚਮਕਦੇ ਨੇ, ਚਿੱਟੇ ਬੋਰਡ ਦੇ ਉੱਤੇ ਚਿੱਟੇ ਅੱਖਰ ਨਹੀਂ ਚਮਕਦੇ। ਜੋ ਚਿੱਟੇ ਅੱਖਰਾਂ ਨੂੰ ਚਮਕਾ ਰਿਹਾ ਹੈ, ਇਹ ਕਾਲਾ ਬੋਰਡ, ਇਹ ਬਲੈਕ ਬੋਰਡ, ਤਾਂ ਮੈਂ ਕਿਸ ਤਰ੍ਹਾਂ ਨਿੰਦਾ ਕਰਾਂ ਇਸ ਬਲੈਕ ਬੋਰਡ ਦੀ? ਇਹ ਨਾ ਹੋਵੇ ਤੇ ਅੱਖਰ ਚਮਕਦੇ ਵੀ ਨਹੀਂ। ਇਹ ਤੇ ਇੱਕ ਦੂਜੇ ਦੇ ਆਸਰੇ ਤੇ ਜਗਤ ਖੜਾ ਹੈ। ਇੱਕ ਨੂੰ ਪਰੇ ਕਰੋ ਤੇ ਗੱਲ ਬਣਦੀ ਨਹੀਂ। ਪੰਚਦਸੀ ਦੇ ਚ ਇੱਕ ਗਾਥਾ ਹੈ। ਇੱਕ ਮਹਿਲ ਤੋਂ ਇੱਕ ਇੱਟ ਉੱਪਰ ਹੈ ਸਭ ਤੋਂ, ਚੌਬਾਰੇ ਦੀ ਇੱਕ ਇੱਟ ਥੱਲੇ ਸੀ। ਦੋ ਇੱਟਾਂ ਦੀ ਗੁਫ਼ਤਗੂ ਲਿਖੀ ਹੈ ਇੱਕ ਸੰਤ ਨੇ ਪੰਚਦਸੀ ਦੇ ਚ। ਉੱਪਰ ਦੀ ਇੱਟ ਕਹਿੰਦੀ ਹੈ, ਦੇਖ ਮੈਂ ਸਭ ਤੋਂ ਉੱਪਰ, ਦੂਰੋਂ ਦਿਖਾਈ ਦੇਂਦੀ ਹੈ, ਤੂੰ ਸਭ ਤੋਂ ਥੱਲੇ ਦਬੀ ਹੋਈ, ਤੇਰੇ ਤੱਕ ਤੇ ਕਿਸੇ ਦੀ ਨਿਗਾਹ ਵੀ ਨਹੀਂ ਜਾਂਦੀ, ਤੈਨੂੰ ਤੇ ਕੋਈ ਦੇਖਦਾ ਵੀ ਨਹੀਂ।
ਤੂੰ ਤੇ ਬਿਲਕੁਲ ਥੱਲੇ। ਦੇਖ ਸਾਰਿਆਂ ਦੀ ਨਿਗਾਹਾਂ ਦਾ ਮੈਂ ਪਾਤਰ, ਸਾਰਿਆਂ ਦੀ ਨਿਗਾਹਾਂ ਮੇਰੇ ਤੇ ਪੈਂਦੀਆਂ, ਸਭ ਮੈਨੂੰ ਦੇਖਦੇ ਨੇ, ਮੈਂ ਸਾਰਿਆਂ ਦੇ ਸਾਹਮਣੇ। ਥੱਲੇ ਦੀ ਇੱਟ ਨੇ ਆਖਿਆ ਠੀਕ ਹੈ, ਸਾਰਿਆਂ ਦੀ ਨਿਗਾਹਾਂ ਤੇਰੇ ਤੇ, ਸਭ ਤੈਨੂੰ ਦੇਖਦੇ ਨੇ, ਪਰ ਮੈਂ ਜੇ ਕਿਧਰੇ ਥੱਲੇ ਨਾ ਆਵਾਂ ਤਾਂ ਤੇਰਾ ਉੱਪਰ ਹੋਣਾ ਵੀ ਨਹੀਂ ਹੋ ਸਕਦਾ। ਅਗਰ ਮੈਂ ਥੱਲੋਂ ਨਿਕਲ ਜਾਵਾਂ ਤੇ ਤੇਰਾ ਉੱਪਰ ਹੋਣਾ ਵੀ ਗਿਆ। ਤੇਰਾ ਉੱਪਰ ਹੋਣਾ ਇਸ ਵਾਸਤੇ ਹੈ, ਤੇਰਾ ਉੱਚਾ ਹੋਣਾ ਇਸ ਵਾਸਤੇ ਕਿ ਮੈਂ ਨੀਵੀਂ ਆ। तो फिर मैं किस तरह नीवीं हुई? क्योंकि तेरा उच्चा होना मेरी निवाण ते खड़ा है। अगर मैं बुनियाद दे जान नूं तैयार नहीं तो तू चौबारे दी ईट भी नहीं बन सकती। जिस दिन मनुख आत्मा दे तल ते जीवदा सब एक दिखाई देण लग। इसे नूं गुरु अर्जन देव जी महाराज कहंदे ने, बुरा नहीं सब भला ही है रे, हार नहीं सब जेते, दुख नाही सब सुख ही है रे, एका एक ही नेते। कौन कहंदा दुख है ही नहीं, कौन कहंदा बुरा है ही नहीं, कुछ भी बुरा नहीं है। एक दृष्टि बन गई, अगर बुरा दिखाई देंदा पिया तो कोई भला दिखाई देंदा पिया, दो दृष्टियां। चंगा दिखाई देंदा पिया तो कोई माड़ा दिखाई देंदा पिया, दो दृष्टियां। पाप दिखाई दे रहा है फिर पुण्य दिखाई दे रहा है, दो दृष्टियां। पाप पुण्य ते भई कहावत, को नरक को सुरक बचावत, की पाप है की पुण्य है, नहीं, गल खत्म। की स्वर्ग है की नरक है। आत्मा दे तल ते जीण वाले दे तल ते दुबदा खो जाती है। स्वर्ग नरक, जन्नत दोज़ख, सुख दुख, नफा नुकसान, इज्जत बेइज्जती, छोटा वड्डा, सुंदरता करूपता, ये दुबदा सारी मिट जाती है। शरीर दे तल ते जीण वाले वास्ते दुबदा है, दो ने, क्योंकि एक शरीर जैसा दूसरा है ही नहीं। तो एक दफा इस तरह दो वेखण दी आदत बन जाए तो सब कुछ दो ही ने। अगर कहिए वो बहुत वड्डा है तो फिर कोई छोटा भी है। वो बहुत सियाणा है तो फिर कोई मूड भी है। वो बहुत सुंदर है तो फिर कोई करूप भी है। वो बहुत ताकतवर है तो कोई कमजोर भी है। एक दे मुकाबले ते दूसरा खड़ा है। तुसी एक दा ना लो दूजा खड़ा है। तुसी आखो पुरुष है तो फिर स्त्री भी खड़ी है। तुसी आखो ये बच्चा है तो फिर जवान भी खड़ा है। एक दा ना नहीं ले सकते, एक दा ना लिया दूजा खड़ा है। ये दुविधा बनी रहेगी। तो जब इस तरह दो दिखाई देंगे तो फिर फैसला भी करांगे किस दे पक्ष च खड़े होना है, दोवां दे चों, क्योंकि दो एक जैसे तो हैं नहीं। तो दुविधा बनी रहेगी, जीवन भर दुविधा बनी रहेगी। एक तन जैसा दूसरा तन नहीं है, तो एक मन जैसा भी दूसरा मन नहीं है। धन गुरु नानक ने बड़ी कोशिश की थी, नहीं मन मेल मिलते कोई गल नहीं। तो मैं अर्ज करा, जो कबीर दी सोचनी है वो जयदेव दी सोचनी नहीं हो सकती। कबीर जनेऊ दा मजाक उड़ांदा है। हम घर सूत तने नित ताना, कंठ जनेऊ तुम्हारे, तुम तो पढ़ते वेद गायत्री, गोबिंद हृदय हमारे। तू जनेऊ जिहड़ा पहनिया होया साडे घर बनदा सी, जुलाए असी सूत्र कतदे असी बनाने। ते जद सूत कत के साडे घरों ही बन के तू गल दे च पाना है ते असी ते तैनूं पहनाण वाले, तू ब्राह्मण किहड़ी गल दा हो गया ते असी शूदर किहड़ी गल दे हो गए। वो तैन चोट करदा है। लेकिन जयदेव जनेऊ पहनदा है, ब्राह्मण है, उसदी बाणी है गुरु ग्रंथ साहिब दे। वो ब्राह्मण है, गौड़ ब्राह्मण है, बंगाली ब्राह्मण है, बड़ा विद्वान ब्राह्मण है। और बड़ा कीमती पदा है उसका गुरु ग्रंथ साहब जी महाराज दे। परमाउद पुरख मनोपिमंग सत आद भाव रतन। दरबार साहब दे जिन्हां नूं परमन तौर ते, पक्के तौर ते पाठी सिंह रखना होवे ना, उहदे कोले पदा पढ़वांदे ने।
परमानेंट तौर पर जिसनों भी रखना है पहले पदा पढ़ के सुना। ये शुद्ध पढ़ सकदा है कि तू नहीं। परमाद पुरख मनो पिमंसत आदि भाव रतन पर मदभुतन पर कृत परन जद चिंत सर्वगतन केवल राम नाम मनोरमं बद अमृत तत्मयं नदनोद बत जस सिमरैन जन्म जराद मरण भयं। ये ब्राह्मण सी जने उदारी सी तिलक भी लांदा सी।